प्यारे विद्यार्थियों सत श्री अकाल। ਅੱਜ मैं ਤੁਹਾਨੂੰ 10ਵੀਂ ਤੋਂ ਬਾਅਦ ਕਿਹੜੀਆਂ-ਕਿਹੜੀਆਂ ਸਟਰੀਮਾਂ ਵਿੱਚ ਤੁਸੀਂ ਦਾਖਲਾ ਲੈ ਸਕਦੇ ਹੋ ਉਸ ਬਾਰੇ ਅਤੇ ਵੋਕੇਸ਼ਨਲ ਸਟਰੀਮ ਵਿੱਚ ਦਾਖਲਾ ਲੈਣ ਦੇ ਫਾਇਦਿਆਂ ਬਾਰੇ ਦੱਸਾਂਗਾ। 10ਵੀਂ ਜਮਾਤ ਪਾਸ ਕਰਨ ਤੋਂ ਬਾਅਦ ਤੁਸੀਂ ਹੇਠ ਲਿਖੇ ਸਟਰੀਮਾਂ ਵਿੱਚ ਦਾਖਲਾ ਲੈ ਸਕਦੇ ਹੋ, ਜਿਵੇਂ ਕਿ ਸਾਇੰਸ ਸਟਰੀਮ, ਵੋਕੇਸ਼ਨਲ ਸਟਰੀਮ, ਕਾਮਰਸ ਸਟਰੀਮ, ਆਰਟ ਸਟਰੀਮ। ਇਸ ਤਰ੍ਹਾਂ ਅਸੀਂ ਸਿੱਖਿਆ कि 10ਵੀਂ ਤੋਂ ਬਾਅਦ 4 ਤਰ੍ਹਾਂ ਦੀਆਂ ਸਟਰੀਮ ਹੁੰਦੀਆਂ। ਸੋ ਆਪਣੀ ਰੁਚੀ ਮੁਤਾਬਕ ਕੋਈ ਵੀ ਇੱਕ ਗਰੁੱਪ ਅਸੀਂ ਚੁਣ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਪਿਛਲੀ ਸਲਾਈਡ ਵਿੱਚ ਅਸੀਂ ਜਾਣਕਾਰੀ ਪ੍ਰਾਪਤ ਕੀਤੀ ਕਿ 10ਵੀਂ ਤੋਂ ਬਾਅਦ ਕਿਹੜੀਆਂ-ਕਿਹੜੀਆਂ ਸਟਰੀਮਾਂ ਵਿੱਚ ਦਾਖਲਾ ਲਿਆ ਜਾ ਸਕਦਾ ਹੈ। ਹੁਣ ਅਸੀਂ ਵੋਕੇਸ਼ਨਲ ਅਤੇ ਆਰਟ ਸਟਰੀਮ ਦੀ ਆਪਸ ਵਿੱਚ ਤੁਲਨਾ ਕਰਾਂਗੇ, ਜਿਸ ਤੋਂ ਵਿਦਿਆਰਥੀਆਂ ਦੇ ਬਹੁਤ ਸਾਰੇ ਸ਼ੰਕੇ ਦੂਰ ਹੋਣਗੇ ਅਤੇ ਵਿਦਿਆਰਥੀ ਵੱਧ ਤੋਂ ਵੱਧ ਵੋਕੇਸ਼ਨਲ ਸਟਰੀਮ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਹੋਣਗੇ। ਸੋ ਮੈਨੂੰ ਆਸ ਹੈ ਕਿ ਤੁਸੀਂ ਮੇਰੀ ਦਿੱਤੀ ਹੋਈ ਜਾਣਕਾਰੀ ਨੂੰ ਧਿਆਨ ਨਾਲ ਸੁਣੋਗੇ। ਪਿਆਰੇ ਵਿਦਿਆਰਥੀਓ, ਇਸ ਸਲਾਈਡ ਵਿੱਚ ਮੈਂ ਤੁਹਾਨੂੰ ਵੋਕੇਸ਼ਨਲ ਅਤੇ ਆਰਟਸ ਸਟਰੀਮ ਵਿੱਚ ਕੰਪੈਰੀਜ਼ਨ ਕਰਾਂਗਾ। ਸੋ ਇੱਥੇ ਤੁਹਾਨੂੰ ਇਹ ਵੀ ਗੱਲ ਦੱਸਣਯੋਗ ਹੈ ਕਿ 4 ਦੀਆਂ 4 ਹੀ ਸਟਰੀਮਾਂ ਦੇ ਆਪਣੇ ਆਪਣੇ ਫਾਇਦੇ ਹੁੰਦੇ ਹਨ ਅਤੇ ਕੋਈ ਸਟਰੀਮ ਔਖੀ ਹੋ ਸਕਦੀ ਹੈ ਅਤੇ ਕੋਈ ਸੌਖੀ ਹੋ ਸਕਦੀ ਹੈ, ਕੋਈ ਥਿਓਰੈਟੀਕਲ ਬੇਸਡ ਹੋ ਸਕਦੀ ਹੈ, ਕੋਈ ਪ੍ਰੈਕਟੀਕਲ ਬੇਸ ਹੋ ਸਕਦੀ ਹੈ। ਪਰ ਕੁਝ ਵਿਦਿਆਰਥੀਆਂ ਦੇ ਸ਼ੰਕੇ ਦੂਰ ਕਰਨ ਲਈ ਮੈਂ ਇਸ ਵਿੱਚ ਆਪਸ ਵਿੱਚ ਤੁਲਨਾ ਕਰ ਰਿਹਾ ਹਾਂ। ਸੋ ਸਭ ਤੋਂ ਪਹਿਲਾ ਜਿਹੜਾ ਹੈ ਅੰਤਰ ਦਾ ਆਧਾਰ ਮੈਂ ਜਿਹੜਾ ਮੰਨਿਆ ਹੈ ਫੌਜ ਦੀ ਜਨਰਲ ਡਿਊਟੀ ਵਿੱਚ ਭਰਤੀ। ਸੋ ਵੋਕੇਸ਼ਨਲ ਪਾਸ ਕਰਨ ਵਾਲੇ ਵਿਦਿਆਰਥੀ ਫੌਜ ਜਨਰਲ ਡਿਊਟੀ ਵਿੱਚ ਭਰਤੀ ਹੋ ਸਕਦੇ ਹਨ, ਕਿਉਂਕਿ ਜਨਰਲ ਡਿਊਟੀ ਵਿੱਚ ਭਰਤੀ ਹੋਣ ਲਈ 10ਵੀਂ ਵਿੱਚ 45% ਅੰਕ ਹੋਣੇ ਲਾਜ਼ਮੀ ਹਨ। ਉਸੀ ਤਰ੍ਹਾਂ ਆਰਟਸ ਦੇ ਵਿੱਚ ਵੀ ਇਹੀ ਅਪਲਾਈ ਹੁੰਦਾ, ਉਹ ਵੀ ਬੱਚੇ ਜਿਹੜੇ ਭਰਤੀ ਹੋ ਸਕਦੇ ਹਨ। ਦੂਜੀ ਗੱਲ, ਫੌਜ ਵਿੱਚ ਕਲਰਕ ਦੀ ਭਰਤੀ। ਨਵੇਂ ਰੂਲਾਂ ਮੁਤਾਬਕ ਫੌਜ ਵਿੱਚ ਕਲਰਕ ਦੀ ਭਰਤੀ ਉਹ ਵਿਦਿਆਰਥੀ ਹੋ ਸਕਦਾ ਹੈ ਜਿਸ ਨੇ 12ਵੀਂ ਵਿੱਚ ਮੈਥ ਜਾਂ ਅਕਾਊਂਟੈਂਸੀ ਦੇ ਵਿਸ਼ੇ ਰੱਖੇ ਹੋਣ ਜਾਂ ਪੜ੍ਹੇ ਹੋਣ। ਅਤੇ ਇੱਥੇ ਦੱਸਣਯੋਗ ਗੱਲ ਹੈ ਕਿ ਕਲਰਕ ਦੀ ਭਰਤੀ ਲਈ ਟਾਈਪਿੰਗ ਟੈਸਟ ਵੀ ਜ਼ਰੂਰੀ ਹੁੰਦਾ ਹੈ। ਸੋ ਆਰਟਸ ਵਿੱਚ ਨਵੇਂ ਰੂਲਾਂ ਦੇ ਮੁਤਾਬਕ ਆਰਟਸ ਵਾਲਾ ਵਿਦਿਆਰਥੀ ਵੀ ਫੌਜ ਦੀ ਕਲਰਕ ਦੀ ਭਰਤੀ ਨਹੀਂ ਦੇਖ ਸਕਦਾ। ਉਹੀ ਵਿਅਕਤੀ ਦੇਖ ਸਕਦਾ ਹੈ ਜਿਸ ਨੇ ਮੈਥ ਜਾਂ ਅਕਾਊਂਟੈਂਸੀ ਦੇ ਵਿਸ਼ੇ 12ਵੀਂ ਵਿੱਚੋਂ ਪੜ੍ਹੇ ਹੋਣ। ਹਾਂਜੀ ਪਿਆਰੇ ਬੱਚੋ, ਇਸ ਸਲਾਈਡ ਵਿੱਚ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ, ਅੰਤਰ ਦਾ ਆਧਾਰ ਪੰਜਾਬ ਪੁਲਿਸ, BSF, CRPF ਅਤੇ ITBP SSB ਵਿੱਚ ਵੋਕੇਸ਼ਨਲ ਦੇ ਵਿਦਿਆਰਥੀ ਵੀ ਜਾ ਸਕਦੇ ਹੈ ਅਤੇ ਆਰਟਸ ਵਾਲੇ ਵੀ ਵਿਦਿਆਰਥੀ ਜਾ ਸਕਦੇ ਹੈ। ਫੌਜ ਡਿਪਲੋਮਾ ਹੋਲਡਰ ITI ਨੂੰ +2 ਦੇ ਬਰਾਬਰ ਨਹੀਂ ਮੰਨਦਾ, ਬਟ ਵੋਕੇਸ਼ਨਲ ਜਿਹੜੀ ਹੈ ਉਹ 12ਵੀਂ ਦੇ ਇਕੁਇਵਲੈਂਟ ਮੰਨੀ ਜਾਂਦੀ ਹੈ। ਇਸ ਕਰਕੇ ਬੱਚੇ ਪੰਜਾਬ ਪੁਲਿਸ, BSF, CRPF ਜਾ ਸਕਦੇ ਹਨ। ਉਸ ਤੋਂ ਅਗਲਾ ਪੁਆਇੰਟ ਪ੍ਰੈਕਟੀਕਲ ਬੇਸਡ। ਵੋਕੇਸ਼ਨਲ ਇੱਕ ਪ੍ਰੈਕਟੀਕਲ ਬੇਸਡ ਸਟਰੀਮ ਹੈ। ਇਸ ਸਟਰੀਮ ਵਿੱਚ 70% ਪ੍ਰੈਕਟੀਕਲ ਹੁੰਦਾ ਹੈ ਅਤੇ 30% ਥਿਊਰੀ, ਜਿਸ ਕਾਰਨ ਇਸ ਨੂੰ ਪੜ੍ਹਨਾ ਬੜਾ ਮਜ਼ੇਦਾਰ ਹੋ ਜਾਂਦਾ ਹੈ। ਬਟ ਆਰਟਸ ਦੀ ਥਿਊਰੀ ਜਿਹੜੀ ਹੈ ਥਿਊਰੀ ਬੇਸਡ ਇੱਕ ਸਟਰੀਮ ਹੈ। ਅਗਲਾ 12ਵੀਂ ਵਿੱਚ ਵਧੀਆ ਅੰਕ। ਵੋਕੇਸ਼ਨਲ ਸਟਰੀਮ ਪ੍ਰੈਕਟੀਕਲ ਬੇਸਡ ਹੋਣ ਕਾਰਨ ਵਿਦਿਆਰਥੀਆਂ ਨੂੰ 12ਵੀਂ ਵਿੱਚ ਵਧੀਆ ਅੰਕ ਲੈਣ ਵਿੱਚ ਮਦਦ ਕਰਦੀ ਹੈ। ਉੱਥੇ ਆਰਟ ਸਟਰੀਮ ਥਿਊਰੀ ਬੇਸਡ ਹੋਣ ਕਰਕੇ ਵਿਦਿਆਰਥੀਆਂ ਦੇ ਜਿਹੜੇ ਅੰਕ ਦੀ ਪ੍ਰਤੀਸ਼ਤਤਾ ਵਧੀਆ ਨਹੀਂ ਆ ਪਾਉਂਦੀ। ਪਿਆਰੇ ਵਿਦਿਆਰਥੀਓ, ਇਹ ਵਾਲੇ ਸਲਾਈਡ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਡਿਪਲੋਮੇ ਵਿੱਚ ਸਿੱਧੇ ਦੂਜੇ ਸਾਲ ਦੀ ਐਂਟਰੀ। ਸਭ ਤੋਂ ਜ਼ਿਆਦਾ ਜਿਹੜਾ ਬੈਨੀਫਿਟ ਵੋਕੇਸ਼ਨਲ ਵਾਲੇ ਵਿਦਿਆਰਥੀਆਂ ਨੂੰ ਇਹ ਹੈ, ਉਹ ਕਿਸੇ ਵੀ ਟ੍ਰੇਡ ਨਾਲ ਸੰਬੰਧਿਤ ਡਿਪਲੋਮਾ ਕਰ ਸਕਦਾ ਹੈ ਅਤੇ ਉਸ ਨੂੰ ਡਿਪਲੋਮੇ ਦਾ 1 ਸਾਲ ਮੁਆਫ ਹੋ ਜਾਵੇਗਾ। ਭਾਵ ਵੋਕੇਸ਼ਨਲ ਵਾਲਾ ਵਿਦਿਆਰਥੀ ਸਿੱਧਾ ਡਿਪਲੋਮੇ ਦੇ ਦੂਜੇ ਸਾਲ ਵਿੱਚ ਦਾਖਲਾ ਹੋ ਜਾਵੇਗਾ ਅਤੇ 3 ਸਾਲ ਦਾ ਡਿਪਲੋਮਾ ਉਸਦਾ ਕਿੰਨੇ ਸਾਲ ਦਾ ਰਹਿ ਜਾਏਗਾ? 2 ਸਾਲ ਦਾ। ਬਟ ਆਰਟਸ ਦੇ ਵਿਦਿਆਰਥੀ ਅਗਰ ਡਿਪਲੋਮਾ ਕਰਨਾ ਚਾਹੁੰਦੇ ਹਨ ਤਾਂ ਉਹ ਡਿਪਲੋਮਾ ਕਰ ਸਕਦੇ ਹੈ, ਪਰ ਡਿਪਲੋਮਾ ਉਹਨਾਂ ਨੂੰ 3 ਸਾਲ ਦਾ ਹੀ ਕਰਨਾ ਪਵੇਗਾ। ਸੋ ਇੱਥੇ ਸਭ ਤੋਂ ਬੜਾ ਬੈਨੀਫਿਟ ਵੋਕੇਸ਼ਨਲ ਵਾਲੇ ਵਿਦਿਆਰਥੀਆਂ ਨੂੰ ਇਹ ਮਿਲਦਾ ਹੈ ਕਿ 3 ਸਾਲ ਦਾ ਡਿਪਲੋਮਾ ਉਸਨੂੰ 2 ਸਾਲ ਦਾ ਰਹਿ ਜਾਂਦਾ ਹੈ। ਉਸ ਤੋਂ ਅਗਲੀ ਬਹੁਤ ਵਧੀਆ ਗੱਲ, ਪੋਲੀਟੈਕਨੀਕਲ ਕਾਲਜਾਂ ਵਿੱਚ ਦਾਖਲੇ ਲਈ ਰਿਜ਼ਰਵੇਸ਼ਨ। ਜਿੰਨੇ ਵੀ ਸਰਕਾਰੀ ਜਾਂ ਪੋਲੀਟੈਕਨੀਕਲ ਕਾਲਜ ਹੈ ਉਸ ਵਿੱਚ ਵੋਕੇਸ਼ਨ ਵਾਲੇ ਵਿਦਿਆਰਥੀਆਂ ਨੂੰ ਜਿਹੜੀ ਹੈ ਰਿਜ਼ਰਵੇਸ਼ਨ ਮਿਲਦੀ ਹੈ, ਬਟ ਆਰਟਸ ਵਾਲੇ ਵਿਦਿਆਰਥੀਆਂ ਨੂੰ ਰਿਜ਼ਰਵੇਸ਼ਨ ਨਹੀਂ ਮਿਲਦੀ।
ਉਸ ਤੋਂ ਅਗਲਾ ਜਿਹੜਾ BA BCom BCA B ਵੋਕੇਸ਼ਨਲ BVOC ਲਿਖਿਆ ਮੈਂ, ਜਿਹੜੇ ਵਿਦਿਆਰਥੀ BA ਕਰਨਾ ਚਾਹੁੰਦੇ, BCom BCA ਕਰਨਾ ਚਾਹੁੰਦੇ ਆ ਆਫਟਰ +2 ਵੋਕੇਸ਼ਨਲ ਤੇ, ਉਹ ਵਿਦਿਆਰਥੀ ਇਹ ਕਰ ਸਕਦੇ ਹਨ, ਬਟ ਆਰਟਸ ਵਾਲਾ ਵਿਦਿਆਰਥੀ BCom ਨਹੀਂ ਕਰ ਸਕਦਾ। ਪਿਆਰੇ ਵਿਦਿਆਰਥੀਓ, ਜਿਹੜੇ ਵਿਦਿਆਰਥੀ 12ਵੀਂ ਪਾਸ ਕਰਨ ਤੋਂ ਬਾਅਦ ਅਧਿਆਪਕ ਦੇ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹਨ, ਉਹ ETT ਭਾਵ ਐਲੀਮੈਂਟਰੀ ਟੀਚਰ ਟ੍ਰੇਨਿੰਗ ਕੋਰਸ ਕਰਕੇ ਐਲੀਮੈਂਟਰੀ ਅਧਿਆਪਕ ਬਣ ਸਕਦਾ ਹੈ। ਸੋ ਵੋਕੇਸ਼ਨਲ ਦੀ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਜੇ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਉਹ ETT ਕੋਰਸ ਕਰਕੇ ਐਲੀਮੈਂਟਰੀ ਟੀਚਰ ਬਣ ਸਕਦਾ ਹੈ। ਉਸੇ ਤਰ੍ਹਾਂ ਆਰਟਸ ਵਾਲਾ ਵਿਦਿਆਰਥੀ ਵੀ ਜਿਹੜਾ ਆਪਣਾ ਆਰਟਸ ਕਰਨ ਤੋਂ ਬਾਅਦ ETT ਕਰਨ ਤੋਂ ਬਾਅਦ ਟੀਚਰ। ਪਿਆਰੇ ਵਿਦਿਆਰਥੀਓ, ਉਪਰੋਕਤ ਤੁਲਨਾ ਤੋਂ ਬਾਅਦ ਮੈਨੂੰ ਆਸ ਹੈ ਕਿ ਵਿਦਿਆਰਥੀਆਂ ਦੇ ਵੋਕੇਸ਼ਨਲ ਵਿਸ਼ੇ ਸੰਬੰਧੀ ਸਾਰੇ ਸ਼ੱਕ ਸ਼ੰਕੇ ਦੂਰ ਹੋ ਗਏ ਹੋਣਗੇ ਅਤੇ ਵਿਦਿਆਰਥੀ ਵੋਕੇਸ਼ਨਲ ਸਟਰੀਮ ਵਿੱਚ ਦਾਖਲਾ ਲੈਣ ਲਈ ਉਤਸ਼ਾਹਿਤ ਹੋਣਗੇ। ਪਿਆਰੇ ਵਿਦਿਆਰਥੀਓ, ਹੁਣ ਮੈਂ ਤੁਹਾਨੂੰ ਵੋਕੇਸ਼ਨਲ ਦੇ ਵੱਖ-ਵੱਖ ਗਰੁੱਪਾਂ ਦੀ ਜਾਣਕਾਰੀ ਅਗਲੀ ਸਲਾਈਡ ਵਿੱਚ ਦੇਵਾਂਗਾ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਵੋਕੇਸ਼ਨਲ ਸਟਰੀਮ ਗਰੁੱਪ ਚਾਰਟ ਤੁਸੀਂ ਦੇਖ ਪਾ ਰਹੇ ਹੋ ਸਲਾਈਡ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜੀ ਵੋਕੇਸ਼ਨਲ ਸਟਰੀਮਾਂ ਚੱਲ ਰਹੀਆਂ ਉਹ ਮੁੱਖ ਤੌਰ 'ਤੇ 4 ਭਾਗਾਂ ਵਿੱਚ ਵੰਡੀ ਹੋਈ ਹੈ। ਐਗਰੀਕਲਚਰ ਗਰੁੱਪ, ਇੰਜੀਨੀਅਰਿੰਗ ਐਂਡ ਟੈਕਨੋਲੋਜੀ ਗਰੁੱਪ, ਹੋਮ ਸਾਇੰਸ ਗਰੁੱਪ, ਬਿਜ਼ਨਸ ਐਂਡ ਕਮਰਸ ਗਰੁੱਪ। ਐਗਰੀਕਲਚਰ ਗਰੁੱਪ ਦੇ ਵਿੱਚ ਹੋਰਟੀਕਲਚਰ ਇੱਕ ਟ੍ਰੇਡ ਹੈ ਭਾਵ ਬਾਗਬਾਨੀ। ਇੰਜੀਨੀਅਰਿੰਗ ਐਂਡ ਟੈਕਨੋਲੋਜੀ ਗਰੁੱਪ ਦੇ ਵਿੱਚ 6 ਟ੍ਰੇਡ ਹੈ। ਪਹਿਲਾ ਹੈ ਆਟੋਮੋਬਾਈਲ, ਆਰਕੀਟੈਕਚਰ, ਕੰਪਿਊਟਰ ਸਾਇੰਸ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਮਕੈਨੀਕਲ। ਉਸੇ ਤਰ੍ਹਾਂ ਤੀਜੇ ਕਿਸਮ ਦੇ ਵਿੱਚ ਹੋਮ ਸਾਇੰਸ ਗਰੁੱਪ 'ਚ ਆ ਜਾਂਦਾ ਫੂਡ ਪ੍ਰਜ਼ਰਵੇਸ਼ਨ, ਭੋਜਨ ਕਿਵੇਂ ਅਸੀਂ ਸਾਂਭ ਸਕਦੇ ਹਾਂ, ਰੱਖ ਰਖਾਵ ਕਰ ਸਕਦੇ ਹਾਂ। ਇਸ ਦਾ ਮਤਲਬ ਇਹ ਹੈ ਗਾਰਮੈਂਟ ਮੇਕਿੰਗ, ਟੈਕਸਟਾਈਲ, ਨੀਟਿੰਗ ਟੈਕਨੋਲੋਜੀ। ਚੌਥਾ ਬਿਜ਼ਨਸ ਐਂਡ ਕਮਰਸ ਗਰੁੱਪ ਦੇ ਵਿੱਚ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸ, ਟੈਕਸੇਸ਼ਨ ਪ੍ਰੈਕਟਿਸ, ਇੰਸ਼ੋਰੈਂਸ, ਮਾਡਰਨ ਆਫਿਸ ਪ੍ਰੈਕਟਿਸ, ਮਾਰਕੀਟਿੰਗ, ਕੋਆਪਰੇਟਿਵ ਮੈਨੇਜਮੈਂਟ, ਇੰਪੋਰਟ ਐਂਡ ਐਕਸਪੋਰਟ ਮੈਨੇਜਮੈਂਟ। ਸੋ ਇਸ ਤਰ੍ਹਾਂ ਅਸੀਂ ਸਾਰੀਆਂ ਸਲਾਈਡਾਂ 'ਚੋਂ ਇਹ ਸਿੱਖਿਆ ਕਿ ਵੋਕੇਸ਼ਨਲ ਦੇ ਵਿਸ਼ੇ ਬੜੇ ਹੀ ਇੰਟਰਸਟਿੰਗ ਵਿਸ਼ੇ ਹੈ, ਪ੍ਰੈਕਟੀਕਲ ਬੇਸਡ ਹਨ ਅਤੇ ਬੱਚਿਆਂ ਨੂੰ ਇਹ ਸਟਰੀਮ ਰੱਖਣ ਦੇ ਬਹੁਤ ਹੀ ਜ਼ਿਆਦਾ ਫਾਇਦੇ ਹਨ। ਤਾਂ ਮੈਨੂੰ ਆਸ ਹੈ ਕਿ ਮੇਰੀ ਦਿੱਤੀ ਹੋਈ ਜਾਣਕਾਰੀ ਅਨੁਸਾਰ ਤੁਹਾਡੇ ਜਿਹੜੇ ਵਿਦਿਆਰਥੀ 10ਵੀਂ ਤੋਂ 11ਵੀਂ ਜਮਾਤ ਵਿੱਚ ਦਾਖਲਾ ਹੋਣਾ ਚਾਹੁੰਦੇ ਹਨ, ਉਹਨਾਂ ਦੇ ਸ਼ੰਕੇ ਦੂਰ ਹੋਏ ਹੋਣਗੇ ਅਤੇ ਉਹ ਵੱਧ ਤੋਂ ਵੱਧ ਵੋਕੇਸ਼ਨਲ ਸਟਰੀਮ ਰੱਖਣ ਲਈ ਉਤਸ਼ਾਹਿਤ ਹੋਣਗੇ। ਧੰਨਵਾਦ।